ਤੁਸੀਂ ਦੇਖ ਰਹੇ ਹੋ ਪੰਜਾਬ ਵਨ ਟੀਵੀ ਤੇ ਇਸ ਵੇਲੇ ਦਿੱਲੀ ਦੇ ਵਿਗਿਆਨ ਭਵਨ ਵਿਖੇ ਕਿਸਾਨਾਂ ਦੀ ਇੱਕ ਮੀਟਿੰਗ ਚੱਲ ਰਹੀ ਆ 8ਵੇਂ ਦੌਰ ਦੀ ਮੀਟਿੰਗ ਚੱਲ ਰਹੀ ਆ ਤੇ ਅੱਜ ਵੀ ਪਿਛਲੇ ਦੌਰ ਦੀ ਤਰ੍ਹਾਂ ਮਨਜਿੰਦਰ ਸਿੰਘ ਸਿਰਸਾ ਜੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਤੋਂ ਜਿਸ ਤਰ੍ਹਾਂ ਲਗਾਤਾਰ ਇੱਥੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਆ ਇਹ ਮਨਜਿੰਦਰ ਸਿੰਘ ਸਿਰਸਾ ਜੀ ਸਾਡੇ ਨਾਲ ਜੁੜ ਕੇ ਸਿਰਸਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸਿਰਸਾ ਸਾਹਿਬ, ਜਿਸ ਤਰ੍ਹਾਂ ਪੂਰੇ ਭਾਰਤ ਦੇ ਕਿਸਾਨ ਇੱਕ ਬੀਜੇਪੀ ਵੱਲੋਂ ਆਪ ਸਪਾਂਸਰਡ ਕੀਤੇ ਹੋਏ ਕਿਸਾਨਾਂ ਦੇ ਵਿੱਚ ਪੇਚ ਆਣ ਕੇ ਫਸ ਗਿਆ ਕਿ ਬੀਜੇਪੀ ਵਾਲੇ ਕਿਸਾਨ ਕਹਿੰਦੇ ਕਾਨੂੰਨ ਬਹੁਤ ਚੰਗੇ ਆ ਤੇ ਦੇਸ਼ ਦਾ ਜਿਹੜਾ ਆਮ ਕਿਸਾਨ ਆ ਜਿਹੜਾ ਇਸ ਕਾਨੂੰਨਾਂ ਦੇ ਨਾਲ ਦੋ ਚਾਰ ਹੋ ਕੇ ਆਪਣਾ ਭਵਿੱਖ ਜਿਹੜਾ ਆ ਉਹ ਧੁੰਦਲਾ ਦੇਖ ਰਿਹਾ। ਤੇ ਤੁਸੀਂ ਇਸ ਮੀਟਿੰਗ ਨੂੰ ਅੱਜ ਦੀ ਨੂੰ ਕਿੱਦਾਂ ਦੇਖਦੇ ਆ? ਕੋਈ ਦੋਨਾਂ ਕਿਸਾਨਾਂ ਦੀ ਜਿਹੜੀ ਉਹਨਾਂ ਦੇ ਆਪਣੇ ਸਪਾਂਸਰਡ ਕਿਸਾਨ ਆ ਤੇ ਜਿਹੜੇ ਅਸਲੀ ਕਿਸਾਨ ਆ ਉਹਨਾਂ ਦੇ ਵਿੱਚ ਮੀਟਿੰਗ ਦਾ ਅੱਜ ਦਾ ਰਿਜ਼ਲਟ ਕੀ ਨਿਕਲਣ ਦੀ ਤੁਹਾਨੂੰ ਆਸ ਹੈ ਜੀ? ਦੇਖੋ, ਇਹ ਸਰਕਾਰ ਮਾੜਾ ਕੰਮ ਕਰ ਰਹੀ ਹੈ। ਜਿਹੜਾ ਰਾਜ ਸੱਤਾ 'ਚ ਹੁੰਦਾ ਹੈ ਉਹਨੂੰ ਐਸੇ ਕੰਮ ਨਹੀਂ ਕਰਨੇ ਚਾਹੀਦੇ। ਸਰਕਾਰ ਮਾਂ-ਬਾਪ ਹੁੰਦੀ ਆ, ਮਾਂ-ਬਾਪ ਦਾ ਫਰਜ਼ ਨਹੀਂ ਬਣਦਾ ਕਿ ਲੋਕਾਂ ਨੂੰ ਲੜਾਇਆ ਜਾਵੇ। ਪਹਿਲਾਂ SYL ਦੇ ਨਾਮ 'ਤੇ ਲੜਾਉਣ ਦੀ ਕੋਸ਼ਿਸ਼ ਕੀਤੀ, ਹੁਣ ਜਦੋਂ ਇਹ ਕੰਮ ਕਰ ਰਹੇ ਫਿਰ ਇਹਦਾ ਮਤਲਬ ਤਾਂ ਬੜਾ ਕਲੀਅਰ ਆ ਕਿ ਸਰਕਾਰ ਆਪਣਾ ਮਨ ਬਣਾਈ ਬੈਠੀ ਹੈ ਕਿ ਅਸੀਂ ਫੈਸਲਾ ਤਾਂ ਕਰਨਾ ਨਹੀਂ, ਸਿਰਫ ਗੰਦ ਪਾਉਣਾ ਹੈ। ਇਹ ਜਿਹੜੀ ਭਾਵਨਾ ਹੈ ਨਾ, ਇਹ ਚੰਗੀ ਨਹੀਂ ਹੈਗੀ, ਦੇਸ਼ ਵਾਸਤੇ ਵੀ ਮਾੜੀ ਆ। ਜਿਹੜੇ ਕਿਸਾਨ ਇਹ ਬਣਾ ਕੇ ਲਿਆਉਂਦੇ ਉਹ ਕਿਸਾਨ ਨਹੀਂ ਹੈਗੇ, ਬੇਸਿਕਲੀ ਉਹ BJP ਦੇ ਕੇਵਲ ਵਰਕਰ ਨੇ। ਔਰ BJP ਦੇ ਵਰਕਰਾਂ ਨੂੰ ਕਿਸਾਨ ਦੇ ਰੂਪ 'ਚ ਪੇਸ਼ ਕੀਤਾ ਜਾਂਦਾ। ਇਹ ਉਹੀ ਵਰਕਰ ਨੇ, ਜੇ ਤੁਸੀਂ ਪੁਰਾਣਾ ਕੋਈ ਪ੍ਰੋਟੈਸਟ ਚੁੱਕ ਲੋਗੇ ਨਾ, ਇਹ ਵਕੀਲ ਬਣ ਕੇ ਆਏ ਹੋਣਗੇ, ਅਤੇ ਜੋ ਉਸ ਤੋਂ ਪੁਰਾਣਾ ਚੁੱਕ ਲੋਗੇ ਇਹ ਕਲਾਕਾਰ ਬਣ ਕੇ ਆਏ ਹੋਣਗੇ। ਇਹ ਰੋਜ਼ ਆਪਣਾ ਰੂਪ ਬਦਲ ਲੈਂਦੇ ਨੇ, ਹੈਗੇ ਪਾਰਟੀ ਦੇ ਲੋਕ ਨੇ, ਲੇਕਿਨ ਜਿੱਥੇ ਜਿਹੋ ਜਿਹੀ ਚੀਜ਼ ਪ੍ਰੋਟੈਸਟ ਹੋਵੇ ਉਹੋ ਜਿਹਾ ਪ੍ਰੋਟੈਸਟ ਵਿੱਚ ਬਣ ਕੇ ਆ ਜਾਂਦੇ ਨੇ। ਸੋ ਇਹ ਜਿਹੜਾ ਸਰਕਾਰ ਕੰਮ ਕਰਦੀ ਪਈ ਇਹਦਾ ਮਤਲਬ ਸਰਕਾਰ ਬੇਈਮਾਨ, ਸਰਕਾਰ ਦਾ ਮਨ ਹੀ ਨਹੀਂ ਫੈਸਲਾ ਕਰਨ ਦਾ। ਸਿਰਸਾ ਸਾਹਿਬ, ਤੁਸੀਂ ਜਿਸ ਤਰ੍ਹਾਂ ਜਾਣਦੇ ਆ ਕਿ ਜਦੋਂ BJP ਦੀਆਂ 2 ਸੀਟਾਂ ਸੀ ਭਾਰਤ ਦੇ ਵਿੱਚ, ਸਭ ਨੂੰ ਪੁਰਾਣੇ ਦਲ ਸ਼ਿਵ ਸੈਨਾ ਤੇ ਸ਼੍ਰੋਮਣੀ ਅਕਾਲੀ ਦਲ ਜਿਸ ਵੇਲੇ ਇਸ ਪਾਰਟੀ ਦੇ ਲਾਗੇ ਜਾਣ ਨੂੰ, NDA ਵਿੱਚ ਜਾਣ ਨੂੰ ਕੋਈ ਤਿਆਰ ਨਹੀਂ ਸੀ। ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਅਸੀਂ BJP ਦੇ ਨਾਲ ਸੈਂਟਰ ਦੇ ਵਿੱਚ ਭਾਈਵਾਲੀ ਕਰਕੇ ਦੇਸ਼ ਦੀ ਰਾਜਨੀਤੀ ਵਿੱਚ ਵੀ ਹਿੱਸਾ ਲੈਣਾ ਤਾਂ ਪੰਜਾਬ ਦੀ ਰਾਜਨੀਤੀ ਵਿੱਚ ਵੀ ਆਪਣੀ ਸਰਕਾਰ ਬਣਾਉਣੀ ਆ। ਤੁਸੀਂ ਦੇਖਦੇ ਆ ਕਿ ਬੜਾ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਨੇ BJP ਦਾ ਸਾਥ ਦਿੱਤਾ, ਪਰ ਆ ਜਦੋਂ ਕਾਨੂੰਨ ਲਾਗੂ ਕੀਤੇ ਗਏ, ਸ਼੍ਰੋਮਣੀ ਅਕਾਲੀ ਦਲ ਨੇ ਭਾਵੇਂ ਥੋੜਾ ਲੇਟ ਹੀ ਇਸ ਗੱਲ ਦਾ ਫੈਸਲਾ ਲਿਆ, ਪਰ ਫੈਸਲਾ ਲੈਣ ਤੋਂ ਬਾਅਦ ਜਿਸ ਤਰ੍ਹਾਂ ਲੋਕ ਆਪ ਮੁਹਾਰੇ ਇਸ ਵੇਲੇ ਦਿੱਲੀ ਦੇ ਸਾਰੇ ਬਾਰਡਰਾਂ ਤੇ ਆਣ ਕੇ ਬੈਠੇ ਆ, ਕਿਸੇ ਨੇ ਕੋਈ ਦੇਖੀ ਨਹੀਂ ਸਾਡੀ ਪਾਰਟੀ ਕਿਹੜੀ ਆ। ਤੁਸੀਂ ਇਸ ਜਿਹੜਾ ਲੋਕਾਂ ਦਾ ਏਕਾ, ਇਸ ਕਿਸਾਨੀ ਅੰਦੋਲਨ ਨਹੀਂ, ਉਹਨੂੰ ਕਿੱਦਾਂ ਦੇਖਦੇ? ਦੇਖੋ, ਇਹ ਇੱਕ ਇਤਿਹਾਸ ਆ, ਕਿਸਾਨੀ ਅੰਦੋਲਨ ਦੀ ਗੱਲ ਨਹੀਂ, ਕਿਸੇ ਵੀ ਅੰਦੋਲਨ ਦੇ ਅੰਦਰ ਅੱਜ ਤੱਕ ਦਾ ਇਤਿਹਾਸ ਆ। ਲੋਕ ਅਲੱਗ-ਅਲੱਗ ਪਾਰਟੀਆਂ ਤੋਂ ਆਏ ਨੇ, ਅਲੱਗ-ਅਲੱਗ ਸੂਬਿਆਂ ਤੋਂ ਆਏ ਨੇ, ਅਲੱਗ-ਅਲੱਗ ਧਰਮ ਤੋਂ ਆਏ ਨੇ, ਪਰ ਉਹ ਸਾਰੀਆਂ ਚੀਜ਼ਾਂ ਪਿੱਛੇ ਛੱਡ ਕੇ ਆਏ ਨੇ, ਇੱਥੇ ਕਿਸਾਨ ਬਣ ਕੇ ਔਰ ਕਿਸਾਨੀ ਦੀ ਲੜਾਈ ਲੜਨ ਵਾਸਤੇ ਆਏ ਨੇ। ਸੋ ਇਹ ਇੱਕ ਦੁਨੀਆ ਦੇ ਅੰਦਰ ਇਤਿਹਾਸ ਲਿਖਿਆ ਗਿਆ, ਜਿਵੇਂ ਸਾਰਾਗੜ੍ਹੀ ਪੜ੍ਹਾਇਆ ਜਾਂਦਾ ਸੀ, ਆਉਣ ਵਾਲੇ ਦਿਨਾਂ 'ਚ ਇਹ ਜਿਹੜਾ ਹੈ ਕੁੰਡਲੀ ਬਾਰਡਰ ਪੜ੍ਹਾਇਆ ਜਾਊ। ਇੱਕ ਗੱਲ। ਦੂਜੀ ਗੱਲ, ਤੁਸੀਂ ਗੱਲ ਪੁੱਛੀ ਕਿ ਇੰਨੇ ਸਾਲ ਅਸੀਂ ਪੁਰਾਣੇ ਭਾਈਵਾਲ ਹਾਂ। ਦੇਖੋ, ਪੁਰਾਣੀਆਂ ਗੱਲਾਂ ਨੂੰ ਕੌਣ ਯਾਦ ਕਰਦਾ ਅੱਜ ਕੱਲ੍ਹ? ਜੇ ਪੁਰਾਣੀਆਂ ਗੱਲਾਂ ਹੀ ਯਾਦ ਕਰਦੇ ਹੁੰਦੇ ਤੇ ਹਰਿਤ ਕ੍ਰਾਂਤੀ ਕੀ ਸੀ? ਉਸ ਵੇਲੇ ਦੀ ਸਰਕਾਰ ਹੱਥ ਜੋੜ ਕੇ ਕਿਸਾਨਾਂ ਨੂੰ ਕਹਿੰਦੀ ਪਈ ਸੀ ਵੀ ਸਾਡੇ ਹੱਥ 'ਚ ਬਾਟਾ ਫੜਿਆ ਮੰਗਤਿਆਂ ਵਾਲਾ, ਸਾਨੂੰ ਵਿਦੇਸ਼ਾਂ ਤੋਂ ਮੰਗ ਕੇ ਕਣਕ ਲੈਣੀ ਪੈਂਦੀ ਆ, ਅਨਾਜ, ਅਤੇ ਤੁਸੀਂ ਅਨਾਜ ਉਗਾਓ, ਤੁਹਾਨੂੰ ਆਹ ਵੀ ਜ਼ਮੀਨ ਦਿੱਤੀ, ਤੁਹਾਨੂੰ ਆਹ ਵੀ ਦਿੱਤੀ, ਉਹਦੇ ਤਹਿਤ ਗੁਜਰਾਤ 'ਚ ਵੀ ਦਿੱਤੀ, ਬਿਹਾਰ 'ਚ ਵੀ, ਬਿਹਾਰ 'ਚ ਨਹੀਂ, ਉੱਤਰ ਪ੍ਰਦੇਸ਼ 'ਚ ਵੀ ਦਿੱਤੀ, ਹਰਿਆਣੇ 'ਚ ਵੀ ਦਿੱਤੀ। ਅੱਜ ਉਹ ਕਿਸਾਨਾਂ ਦਾ ਕੀ ਹਾਲ ਆ ਵਿਚਾਰਿਆਂ ਦਾ? ਉਹਨੂੰ ਪੁੱਛਦਾ ਕੋਈ? ਹੁਣ ਉਹ ਜ਼ਮੀਨਾਂ ਖੋਹਦੇ ਪਏ ਨੇ। ਜਦੋਂ ਲੋੜ ਸੀਗੀ ਉਦੋਂ ਤੇ ਇਹ ਮੰਗਤੇ ਵੀ ਬਣਨ ਨੂੰ ਤਿਆਰ ਹੋ ਗਏ, ਜਦੋਂ ਲੋੜ ਲੰਘ ਗਈ ਉਦੋਂ ਕਹਿੰਦੇ ਅਸੀਂ ਰਾਜੇ ਹਾਂ। ਸੋ ਸਾਡੇ ਨਾਲ ਵੀ ਉਹੀ ਹੋਇਆ, ਜਦੋਂ ਇਹਨਾਂ ਨੂੰ ਲੋੜ ਸੀਗੀ ਉਦੋਂ ਤੇ ਕਹਿੰਦੇ ਸੀ ਇਹਦੇ ਨਾਲ ਦਾ ਚੰਗਾ ਕੋਈ ਨਹੀਂ, ਅਤੇ ਜਿੱਦਣ ਸਾਨੂੰ ਲੋੜ ਪਈ ਅਸੀਂ ਕਿਹਾ ਵੀ ਇੱਕ ਬਿੱਲ ਗਲਤ ਇਹਨੂੰ ਬਦਲ ਦਿਓ, ਉਦੋਂ ਕਹਿੰਦੇ ਸਾਨੂੰ ਤੁਹਾਡੀ ਲੋੜ ਕੋਈ ਨਹੀਂ। ਸੋ ਇਹ ਜਿਹੜੀਆਂ ਨੇ, ਕੌਣ ਲੋਕਾਂ ਨੂੰ ਯਾਦ ਰੱਖਦਾ ਇਹਨਾਂ ਗੱਲਾਂ ਨੂੰ? ਜੇ ਯਾਦ ਰੱਖਿਆ ਹੁੰਦਾ ਤਾਂ ਅੱਜ ਕਿਸਾਨਾਂ ਦਾ ਇਹ ਹਾਲ ਨਾ ਹੁੰਦਾ। 96-98 ਦੀ ਮੋਦੀ ਵਾਜਪਾਈ ਸਰਕਾਰ ਤੇ ਅੱਜ ਦੀ ਤਾਨਾਸ਼ਾਹੀ ਮੋਦੀ ਸਰਕਾਰ ਵਿੱਚ ਜਿਸ ਤਰ੍ਹਾਂ NDA ਦੇ ਵਿੱਚ ਭਾਈਵਾਲਾਂ ਦੇ ਨਾਲ ਵਿਵਹਾਰ ਕੀਤਾ ਜਾ ਰਿਹਾ, ਬਿਹਾਰ ਵਿੱਚ ਨਿਤਿਸ਼ ਕੁਮਾਰ ਨਾਲ, ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ, ਰਾਜਸਥਾਨ, ਸਾਰੀਆਂ ਸਟੇਟਾਂ ਦੇ ਵਿੱਚ, ਤੁਸੀਂ ਅੱਜ ਦੀ ਇਹ ਤਾਨਾਸ਼ਾਹੀ ਸਰਕਾਰ ਬਾਰੇ ਕੀ ਸੋਚਦੇ ਆ ਕਿ ਕਿਸਾਨਾਂ ਦੇ ਨਾਲ ਜਿਹੜਾ ਦੁਰਵਿਵਹਾਰ ਹੋ ਰਿਹਾ, ਕਿਉਂਕਿ 300 ਤੋਂ ਉੱਪਰ BJP ਨੇ ਸੀਟ ਲੈ ਲਈ, ਆਉਣ ਵਾਲੇ ਭਵਿੱਖ ਦੇ ਵਿੱਚ ਇਹ ਪੂਰੀ ਕਿਸਾਨੀ ਅੰਦੋਲਨ ਭਾਰਤ ਦੀ ਰਾਜਨੀਤੀ ਅਸਰ ਪਾਊਗਾ? ਦੇਖੋ, 1984 ਦੇ ਅੰਦਰ 450 ਸੀਟਾਂ ਆਈਆਂ ਸੀਗੀਆਂ ਕਾਂਗਰਸ ਨੂੰ। ਅੱਜ ਤੱਕ ਦੀਆਂ ਸਭ ਤੋਂ ਜ਼ਿਆਦਾ ਸੀਟਾਂ ਆਈਆਂ ਸੀਗੀਆਂ। ਦੇਸ਼ ਆਜ਼ਾਦ ਕਰਾ ਕੇ ਵੀ ਇੰਨੀਆਂ ਸੀਟਾਂ ਨਹੀਂ ਆਈਆਂ ਸੀਗੀਆਂ। ਸੀਟਾਂ ਆਉਣਾ ਜਾਂ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ। ਹਰਿਆਣੇ ਦੇ ਅੰਦਰ ਇੱਕ ਵਾਰ 90 ਚੋਂ ਚੌਧਰੀ ਦੇਵੀ ਲਾਲ ਜੀ ਨੂੰ 81 ਸੀਟਾਂ ਮਿਲੀਆਂ ਸੀ। ਸੀਟਾਂ ਇੱਕ ਵਾਰ ਮਿਲ ਜਾਣਾ, ਸੀਟਾਂ ਵੱਧ ਜਾਣੀਆਂ, ਘੱਟ ਜਾਣੀਆਂ, ਇਹ ਕੋਈ ਜ਼ਿੰਦਗੀ ਭਰ ਵਾਸਤੇ ਕੋਈ ਤੁਹਾਡੇ 'ਤੇ ਮੋਹਰ ਨਹੀਂ ਲੱਗ ਜਾਂਦੀ। ਗੱਲ ਇਹ ਆ ਕਿ ਜਦੋਂ ਤੁਹਾਨੂੰ ਕੋਈ ਚੀਜ਼ ਮਿਲਦੀ ਆ, ਉਹਨੂੰ ਭਲ ਨੂੰ ਤੁਸੀਂ ਪਹੁੰਚਾਉਂਦੇ ਕਿਵੇਂ ਜੇ? ਜੇ ਤੁਹਾਨੂੰ ਭਲ ਪਹੁੰਚਾਉਣੀ ਨਹੀਂ ਆਈ ਤਾਂ ਫਿਰ ਤਾਂ ਤੁਸੀਂ ਇਹ ਸੋਚੋ ਵੀ ਲੋਕ ਇਹੀ ਕਹਿਣਗੇ ਕਿ ਰੱਬ ਨੂੰ ਹੀ ਪੁੱਛਣਗੇ ਵੀ ਰੱਬ ਇਹਨੂੰ ਦਿੱਤਾ ਹੀ ਕਿਉਂ ਸੀ ਜੇ ਭਲ ਪਹੁੰਚਾ ਨਹੀਂ ਸਕਦਾ ਸੀ। ਸੋ ਸੀਟਾਂ ਅੱਜ ਉਹਨਾਂ ਦੀਆਂ ਹੈਗੀਆਂ ਨੇ, ਕੱਲ੍ਹ ਹੋਣਗੀਆਂ, ਕੱਲ੍ਹ ਨਹੀਂ ਹੋਣਗੀਆਂ, ਹੋ ਸਕਦਾ ਜ਼ਿਆਦਾ ਹੋਣ, ਹੋ ਸਕਦਾ ਘੱਟ ਹੋਣ, ਇੱਕ ਬਹੁਤ ਵੱਡਾ ਮਾਇਨੇ ਨਹੀਂ ਰੱਖਦੇ।
ਗਲਤ ਹੈ ਕਿ ਜਿਨ੍ਹਾਂ ਲੋਕਾਂ ਦੇ ਵਾਸਤੇ ਸੀਟਾਂ ਲਈਆਂ ਗਈਆਂ, ਜੋ ਰਾਜ ਸੱਤਾ ਜੋ ਮਿਲੀ, ਕਿਆ ਉਹ ਲੋਕ ਤੁਹਾਡੇ ਤੋਂ ਖੁਸ਼ ਜਾਂ ਨਹੀਂ ਖੁਸ਼? ਮੈਂ ਇਹ ਰੱਖਦੀ ਹਾਂ, ਪਰ ਅੱਜ ਲੋਕ ਖੁਸ਼ ਨਹੀਂ ਹੈਗੇ। ਜਿਸ ਤਰ੍ਹਾਂ ਦਿੱਲੀ ਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕਲੀਅਰ ਕੱਟ ਨਾਤਾ ਭਾਰਤੀ ਜਨਤਾ ਪਾਰਟੀ ਨਾਲ ਤੋੜ ਲਿਆ, ਆਉਣ ਵਾਲੇ ਸਮੇਂ 'ਚ ਜੇ ਕਿਸਾਨਾਂ ਦਾ ਮਸਲਾ ਕੋਈ ਹੱਲ ਨਹੀਂ ਹੁੰਦਾ, ਤੁਸੀਂ ਆਪਣਾ ਕੋਈ ਫੈਸਲਾ ਲੈ ਸਕਦੇ? ਦਿੱਲੀ ਦੇ ਅੰਦਰ ਜਿਹੜਾ ਸਾਡੀ ਉਹਨਾਂ ਨਾਲ ਅਲਾਇੰਸ ਸੀਗਾ, ਉਹ ਅਸੀਂ ਵੀ ਉੱਦਾਂ ਹੀ ਤੋੜਤਾ ਸੀ। ਹਾਂ, ਸਾਡੇ 2 ਮੈਂਬਰ ਜਿਹੜੇ ਨੇ ਉਹ ਬੀਜੇਪੀ ਨਾਲ ਚਲੇ ਗਏ। ਉਹਨਾਂ ਨੇ ਸਾਡੇ ਨਾਲ ਆਉਣਾ ਠੀਕ ਨਹੀਂ ਸਮਝਿਆ, ਉਹਨਾਂ ਨੇ ਕੌਮ ਨਾਲ ਖੜੇ ਹੋਣਾ ਠੀਕ ਨਹੀਂ ਸਮਝਿਆ, ਉਹਨਾਂ ਨੇ ਇਸ ਵੇਲੇ ਬੀਜੇਪੀ ਨਾਲ ਖੜੇ ਹੋਣਾ ਠੀਕ ਸਮਝਿਆ। ਉਹਨਾਂ ਦੀ ਮਰਜ਼ੀ 'ਤੇ ਆ, ਸਾਡਾ ਕੋਈ ਵਾਸਤਾ ਨਹੀਂ ਹੈਗਾ। ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਾਂ, ਸ਼੍ਰੋਮਣੀ ਅਕਾਲੀ ਦਲ ਦੇ ਖੜੇ ਹਾਂ, ਕਿਸਾਨਾਂ ਦੀ ਲੜਾਈ ਲੜਦੇ ਪਏ ਹਾਂ, ਕਿਸਾਨਾਂ ਲਈ ਖੜੇ ਹਾਂ। ਜਿੱਥੇ ਕਿਸਾਨ ਖੜਾ ਕਰੂਗਾ ਅਸੀਂ ਖੜੇ ਹਾਂ। ਸਾਡਾ ਕਿਸੇ ਵੀ ਪਾਰਟੀ ਤੋਂ ਉੱਪਰ ਉੱਠ ਕੇ ਅੱਜ ਅਸੀਂ ਕਿਸਾਨ ਭਰਾਵਾਂ ਵਾਸਤੇ ਖੜੇ ਹਾਂ, ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਇੱਕ ਮੌਕਾ ਦਿੱਤਾ ਸੇਵਾ ਕਰਨ ਦਾ। ਅਸੀਂ ਤਾਂ ਕੋਟਾਨ-ਕੋਟ ਸ਼ੁਕਰਾਨਾ ਕਰਦੇ ਹਾਂ ਕਿ ਮਾਲਕ ਨੇ ਸਾਡੇ ਝੋਲੀ ਸੇਵਾ ਪਾਈ ਹੈ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਜਿੱਦਾਂ ਕਿ ਸਿਰਸਾ ਸਾਹਿਬ ਨੇ ਦੱਸਿਆ ਕਿ ਇਹ ਅੰਦੋਲਨ ਜਿਹੜਾ ਆ ਇਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਨੂੰ ਦਿੱਲੀ ਸਿੱਖ ਕਮੇਟੀ ਨੂੰ ਇਹ ਕਿਸਾਨਾਂ ਦੀ ਦੇਸ਼ ਦੀ ਸੇਵਾ ਕਰਨ ਦਾ ਜਿਹੜਾ ਉਹ ਦੱਸ ਰਿਹਾ ਕਿ ਸਾਨੂੰ ਮੌਕਾ ਦਿੱਤਾ ਕਿ ਅਸੀਂ ਲੰਗਰ ਦਾ ਜਾਂ ਹੋਰ ਸਾਰੀ ਵਿਵਸਥਾ ਇੱਥੇ ਕਰ ਰਹੇ ਹਾਂ। ਕੈਮਰਾਮੈਨ ਸਿਮਰਨ ਦੇ ਨਾਲ ਵਿਗਿਆਨ ਭਵਨ ਦਿੱਲੀ ਤੋਂ ਗੁਰਨਾਮ ਸਿੰਘ ਬਿਲਗਾ ਦੀ ਰਿਪੋर्ट। For more updates, download Punjab One TV app free on Roku, Tikri TV, Google Play Store, iOS. Like, follow and share our Facebook page, YouTube channel भी subscribe कर सकते हो।